प्यारे विद्यार्थियों, ਆਪਾਂ ਕਵਿਤਾ ਦਾ ਉਚਾਰਨ ਕਰਕੇ ਵੇਖ ਲਿਆ। ਕਵਿਤਾ ਉਚਾਰਨ ਕਰਕੇ ਸਿੱਖ ਚੁੱਕੇ ਹਾਂ। ਹੁਣ ਅਸੀਂ ਇਸ ਦੇ ਸ਼ਬਦ ਅਰਥ ਜਿਹੜੇ ਕਰਨ ਜਾ ਰਹੇ ਹਾਂ। ਸੋ ਆਓ ਪਹਿਲੀ ਲਾਈਨ ਆਪਾਂ ਪੜ੍ਹਦੇ ਹਾਂ, ਫਿਰ ਉਹਦੇ ਸ਼ਬਦ ਅਰਥ ਕਰਦੇ ਹਾਂ। ਆਓ ਰਲ ਮਿਲ ਰੁੱਖ ਲਗਾਈਏ, ਪ੍ਰਦੂਸ਼ਣ ਨੂੰ ਦੂਰ ਭਜਾਈਏ। ਕਵੀ ਇਸ ਵਿੱਚ ਰੁੱਖ ਲਗਾਉਣ ਬਾਰੇ ਸੰਦੇਸ਼ ਦੇ ਰਿਹਾ ਵਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਜਿਸ ਦੇ ਨਾਲ ਕਿ ਜਿਹੜਾ ਸਾਡੇ ਹਵਾ ਦੇ ਵਿੱਚ ਪ੍ਰਦੂਸ਼ਣ ਆ ਉਹ ਦੂਰ ਹੋ ਸਕੇ ਤੇ ਸਾਡੀ ਜਿਹੜੀ ਹਵਾ ਵਾ ਉਹ ਸ਼ੁੱਧ ਜਿਹੜੀ ਹੋ ਸਕੇ। ਅਗਲੀ ਲਾਈਨ ਵਿੱਚ ਕਵੀ ਕਹਿ ਰਿਹਾ, ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ। ਇਸ ਵਿੱਚ ਉਸ ਦਾ ਅਗਲਾ ਸੰਦੇਸ਼ ਹੈ ਕਿ ਵੱਧ ਤੋਂ ਵੱਧ ਰੁੱਖ ਸਾਨੂੰ ਲਾਉਣੇ ਚਾਹੀਦੇ ਨੇ। ਜਿੱਥੇ ਵੀ ਚੰਗੀ ਜਗ੍ਹਾ, ਸਹੀ ਜਗ੍ਹਾ ਮਿਲੇ, ਰੁੱਖ ਲਾਉਣ ਦੀ ਸੁਟੇਬਲ ਜਗ੍ਹਾ ਮਿਲੇ, ਉੱਥੇ ਸਹੀ ਜਗ੍ਹਾ 'ਤੇ ਰੁੱਖ ਲਗਾ ਕੇ ਪੰਜਾਬ ਨੂੰ ਹਰਾ ਭਰਾ ਬਣਾਉਣਾ ਜਿਹੜਾ ਚਾਹੀਦਾ ਵਾ, ਤਾਂ ਕਿ ਸਾਡੀ ਜਿਹੜੀ ਹਵਾ ਵਾ, ਜੋ ਅਸੀਂ ਸਾਹ ਲੈਂਦੇ ਹਾਂ, ਆਕਸੀਜਨ ਸਾਨੂੰ ਰੁੱਖ ਦਿੰਦੇ ਨੇ, ਕਾਰਬਨ ਡਾਈਆਕਸਾਈਡ ਜਿਹੜੀ ਉਹ ਖਿੱਚਦੇ ਆ, ਜਿਹਦੇ ਕਰਕੇ ਸਾਡੀ ਜਿਹੜੀ ਹਵਾ ਵਾ ਉਹ ਸ਼ੁੱਧ ਹੋ ਸਕੇ। ਅਗਲੇ ਲਾਈਨ ਦੇ ਵਿੱਚ ਕਵੀ ਕਹਿ ਰਿਹਾ, ਲਾਲਚ ਵਸ ਨਾ ਵੱਢੀਏ ਰੁੱਖ, ਰੁੱਖਾਂ ਤੋਂ 100 ਮਿਲਦੇ ਸੁੱਖ। ਕਵੀ ਕਹਿ ਰਿਹਾ ਕਿ ਲਾਲਚ ਵਿੱਚ ਆ ਕੇ, ਜਿਵੇਂ ਸਾਨੂੰ ਲੱਕੜੀ ਵੇਚਣ ਦਾ ਲਾਲਚ ਪੈ ਜੇ, ਇਹਦੇ ਲਾਲਚ ਵਿੱਚ ਆ ਕੇ ਸਾਨੂੰ ਰੁੱਖ ਵੱਢ ਕੇ ਵੇਚਣੇ ਨਹੀਂ ਚਾਹੀਦੇ, ਕਿਉਂਕਿ ਇਹਨਾਂ ਤੋਂ ਸਾਨੂੰ ਸੈਂਕੜੇ ਹੀ 100 ਤੋਂ ਵੱਧ ਸੁੱਖ ਜਿਹੜੇ ਉਹ ਸਾਨੂੰ ਮਿਲਦੇ ਆ। ਅਸੀਂ ਜਾਣਦੇ ਹਾਂ ਰੁੱਖਾਂ ਤੋਂ ਸਾਨੂੰ ਫਲ ਮਿਲਦਾ ਵਾ, ਫੁੱਲ ਮਿਲਦੇ ਆ, ਹੋਰ ਵੀ ਕਈ ਪ੍ਰਕਾਰ, ਜਿਵੇਂ ਆਕਸੀਜਨ, ਚੰਗੀ ਹਵਾ, ਸਾਫ਼ ਹਵਾ ਮਿਲਦੀ ਆ। ਇਸ ਕਰਕੇ ਸਾਨੂੰ ਕਿਸੇ ਲਾਲਚ ਵਿੱਚ ਆ ਕੇ ਰੁੱਖ ਜਿਹੜੇ ਵੱਢ ਕੇ ਨੁਕਸਾਨ ਨਹੀਂ ਕਰਨਾ ਚਾਹੀਦਾ। ਅਗਲੀ ਲਾਈਨ ਵਿੱਚ ਦੱਸ ਰਿਹਾ, ਚਾਰ ਚੁਫੇਰੇ ਮਹਿਕਾਂ ਵੰਡਣ, ਇਹਨਾਂ ਦੇ ਨਾਲ ਸਾਂਝਾਂ ਪਾਈਏ, ਆਓ ਰਲ ਮਿਲ ਰੁੱਖ ਲਗਾਈਏ। ਚਾਰ ਚੁਫੇਰੇ ਜਿਹੜੇ ਉਹ ਮਹਿਕਾਂ ਵੰਡਦੇ ਨੇ, ਇਹਨਾਂ ਦੇ ਜਿਹੜੇ ਫੁੱਲ ਨੇ, ਜਿੱਥੇ ਵੀ ਹਵਾ ਜਿੱਧਰ ਨੂੰ ਵਗਦੀ ਆ, ਉਹ ਫੁੱਲਾਂ ਤੋਂ ਜਿਹੜੀ ਖੁਸ਼ਬੂ ਆ ਸਾਡੇ ਚੁਫੇਰੇ ਨੂੰ ਮਹਿਕਾ ਦਿੰਦੀ ਆ। ਇਸ ਕਰਕੇ ਸਾਨੂੰ ਇਹਨਾਂ ਦੇ ਨਾਲ ਸਾਂਝ ਪਾ ਕੇ ਆਪਣਾ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ ਵਾ। ਫਿਰ ਕਵੀ ਦੁਹਰਾ ਰਿਹਾ ਵਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਵੱਧ ਤੋਂ ਵੱਧ ਜਿਹੜੇ ਰੁੱਖ ਲਾਉਣੇ ਚਾਹੀਦੇ ਹਨ। ਅੱਗੇ ਕਵੀ ਦੱਸ ਰਿਹਾ, ਇੱਕ ਵੱਡੋ ਤਾਂ ਲਾਓ ਚਾਰ, ਰੁੱਖਾਂ ਬਿਨ ਰੁੱਸ ਜਾਏ ਬਹਾਰ। ਸਾਨੂੰ ਪ੍ਰੇਰਿਤ ਕਰ ਰਿਹਾ ਬੱਚਿਓ ਕਿ ਇੱਕ ਜੇ ਤੁਸੀਂ ਰੁੱਖ ਵੱਢ ਦਿੰਦੇ ਹੋ ਕਿਸੇ ਮਜਬੂਰੀ ਵਿੱਚ, ਤਾਂ ਉਸ ਦੀ ਜਗ੍ਹਾ 'ਤੇ 4 ਰੁੱਖ ਲਗਾਓ, ਭਾਵ ਕਿ ਵੱਧ ਤੋਂ ਵੱਧ ਰੁੱਖ ਲਗਾਓ ਜੇ ਕਿਸੇ ਮਜਬੂਰੀ ਦੇ ਕਾਰਨ ਤੁਸੀਂ ਕੋਈ ਰੁੱਖ ਵੱਢ ਰਹੇ ਹੋ। ਕਿਉਂਕਿ ਰੁੱਖਾਂ ਤੋਂ ਬਿਨਾਂ ਜਿਹੜਾ ਵਾ ਉਹ ਸਾਡਾ ਜਿਉਣਾ ਜਿਹੜਾ ਵਾ ਉਹ ਦੁਸ਼ਵਾਰ ਹੋ ਜਾਂਦਾ, ਔਖਾ ਹੋ ਜਾਂਦਾ, ਕਿ ਬਹਾਰਾਂ ਜਿਹੜੀਆਂ ਉਹ ਰੁੱਸ ਜਾਂਦੀਆਂ, ਭਾਵ ਸਾਡੀ ਹਵਾ ਜਿਹੜੀ ਆ ਪ੍ਰਦੂਸ਼ਿਤ ਹੋ ਜਾਂਦੀ ਹੈ। ਅੱਗੇ, ਰੁੱਖਾਂ ਨਾਲ ਹੀ ਖੁਸ਼ੀਆਂ ਖੇੜੇ, ਇਹਨਾਂ ਦੀ ਸਭ ਖੈਰ ਮਨਾਈਏ, ਆਓ ਰਲ ਮਿਲ ਰੁੱਖ ਲਗਾਈਏ। ਕਵੀ ਦੱਸ ਰਿਹਾ, ਰੁੱਖਾਂ ਦੇ ਨਾਲ ਹੀ ਜਿਹੜੇ ਆ ਖੁਸ਼ੀਆਂ ਤੇ ਖੇੜੇ ਨੇ, ਕਿਉਂਕਿ ਹਵਾ ਵਗਦੀ ਆ, ਖੁਸ਼ਬੂ ਫੈਲਦੀ ਆ, ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਸਾਡੇ ਜੀਵਨ ਨੂੰ ਜਿਹੜਾ ਆਰਾਮਦਾਇਕ ਜਿਹੜਾ ਉਹ ਰੁੱਖ ਬਣਾ ਰਹੇ ਨੇ। ਇਸ ਕਰਕੇ ਸਾਨੂੰ ਸਾਰਿਆਂ ਦੀ ਇਹਨਾਂ ਦੀ ਖੈਰ ਮਨਾਉਣੀ ਚਾਹੀਦੀ ਹੈ, ਭਾਵ ਕਿ ਆਪਣੀ ਜ਼ਿੰਦਗੀ ਦੀ ਖੈਰ ਇਹਨਾਂ ਦੇ ਵਿੱਚੋਂ ਭਾਲਣੀ ਚਾਹੀਦੀ ਹੈ। ਕਿਉਂਕਿ ਜੇ ਰੁੱਖ ਹੋਣਗੇ ਤਾਂ ਹੀ ਸਾਡੀ ਜਿਹੜੀ ਇਨਸਾਨੀਅਤ ਹੈ ਜਿਹੜੀ ਆ ਉਹ ਸ਼ੁੱਧ ਹਵਾ ਪ੍ਰਾਪਤ ਕਰ ਸਕੇਗੀ, ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਉਹ ਸੁੱਖ ਪ੍ਰਾਪਤ ਕਰ ਸਕੇਗੀ। ਅੱਗੇ ਆ, ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ, ਜੜੀ ਬੂਟੀਆਂ ਫਲ ਦਿੰਦੇ ਹਨ। ਜਿਸ ਦੇ ਬਾਰੇ ਬੱਚਿਓ ਆਪਾਂ ਨੂੰ ਸਾਰਾ ਪਤਾ ਵਾ ਕਿ ਰੁੱਖ ਸਾਨੂੰ ਜਿਹੜੀ ਸ਼ੁੱਧ ਹਵਾ, ਭਾਵ ਆਕਸੀਜਨ ਦਿੰਦੇ ਆ, ਹੋਰ ਜੜੀ ਬੂਟੀਆਂ ਜਿਵੇਂ ਫਲ ਨੇ, ਫੁੱਲ ਨੇ, ਹੋਰ ਕਈ ਪ੍ਰਕਾਰ ਦੇ ਨਾਲ ਸਾਨੂੰ ਇਹ ਚੀਜ਼ਾਂ ਰੁੱਖਾਂ ਤੋਂ ਪ੍ਰਾਪਤ ਹੁੰਦੀਆਂ ਹਨ। ਮੀਂਹ ਧੁੱਪ ਝੱਖੜੋਂ ਕਰਦੇ ਰਾਖੀ, ਇਹਨਾਂ ਦੀ ਰਲ ਹੋਂਦ ਬਚਾਈਏ, ਆਓ ਰਲ ਮਿਲ ਰੁੱਖ ਲਗਾਈਏ। ਜਿਹੜੇ ਰੁੱਖ ਨੇ ਉਹ ਸਾਨੂੰ ਮੀਂਹ ਤੋਂ, ਧੁੱਪ ਤੋਂ, ਝੱਖੜਾਂ ਤੋਂ, ਭਾਵ ਤੇਜ਼ ਹਨੇਰੀਆਂ ਤੋਂ ਸਾਡੀ ਰਖਵਾਲੀ ਕਰਦੇ ਹਨ। ਇਹਨਾਂ ਦੀ ਜਿਹੜੀ ਹੋਂਦ ਆ, ਜੇਕਰ ਅਸੀਂ ਉਹ ਬਚਾ ਲਾਂਗੇ, ਭਾਵ ਇਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਗਿਣਤੀ 'ਚ ਲਗਾਵਾਂਗੇ, ਘੱਟ ਤੋਂ ਘੱਟ ਇਹਨਾਂ ਦਾ ਜਿਹੜਾ ਕੱਟਾਂਗੇ, ਤਾਂ ਜਿਹੜੀ ਇਨਸਾਨੀਅਤ ਜਿਹੜੀ ਆ ਉਹ ਬਚ ਸਕੇਗੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜੇ ਆ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਹਨ ਠੰਡੀਆਂ ਛਾਵਾਂ ਦਿੰਦੇ, ਭੌਂ ਖੁਰ ਹੜ੍ਹ ਤੋਂ ਇਹੀ ਬਚਾਉਂਦੇ। ਜਿਹੜੇ ਰੁੱਖ ਨੇ
ਉਹ ਸਾਨੂੰ ਠੰਡੀਆਂ ਛਾਵਾਂ, ਤੁਸੀਂ ਜਾਣਦੇ ਜੇ ਕਿ ਰੁੱਖ ਦੇ ਹੇਠਾਂ ਜਦੋਂ ਤੁਸੀਂ ਬੈਠਦੇ ਜੇ ਗਰਮੀ ਦੇ ਵਿੱਚ, ਅੱਜ ਕੱਲ੍ਹ ਜਿਵੇਂ ਗਰਮੀ ਬਹੁਤ ਹੈ, ਤਾਂ ਤੁਹਾਨੂੰ ਠੰਡੀ ਹਵਾ ਜਿਹੜੀ ਉਹ ਮਿਲਦੀ ਆ, ਬਹੁਤ ਆਰਾਮਦਾਇਕ ਜਿਹੜੀ ਹਵਾ ਇਹਨਾਂ ਤੋਂ ਜਿਹੜੀ ਮਿਲਦੀ ਆ, ਠੰਡੀ ਛਾਂ ਮਿਲਦੀ ਆ, ਸਾਨੂੰ ਆਰਾਮ ਮਿਲਦਾ। ਭੌਂ ਖੁਰ ਤੁਸੀਂ ਜਾਣਦੇ, ਜਦੋਂ ਤੇਜ਼ ਮੀਂਹ ਪੈਂਦੇ ਆ, ਜਿਹੜੇ ਰੁੱਖ ਹੁੰਦੇ ਨੇ ਆਪਣੀਆਂ ਜੜ੍ਹਾਂ ਦੇ ਨਾਲ ਮਿੱਟੀ ਨੂੰ ਜਿਹੜਾ ਉਹ ਪਕੜ ਕੇ ਰੱਖਦੇ ਨੇ, ਤੇ ਭੌਂ ਖੁਰ ਭਾਵ ਮਿੱਟੀ ਨੂੰ ਖੁਰਨ ਤੋਂ, ਰੁੜਨ ਤੋਂ ਬਚਾਉਂਦੇ ਹਨ। ਹੜ੍ਹਾਂ ਤੋਂ ਵੀ ਇਹੀ ਰਾਖੀ ਕਰਦੇ ਹਨ, ਤਾਂ ਕਿ ਜਿਹੜਾ ਪਾਣੀ ਦਾ ਵਹਾਅ ਤੇਜ਼ ਆ, ਉਹ ਰੁੱਖ ਜਿਹੜੇ ਆ ਰਸਤੇ 'ਚ ਜੜ੍ਹਾਂ ਦੇ ਨਾਲ ਆਪਣੀਆਂ ਦੇ ਨਾਲ ਮਿੱਟੀ ਨੂੰ ਪਕੜ ਕਰਕੇ ਰੱਖਦੇ ਹਨ। ਪੰਛੀਆਂ ਦੇ ਲਈ ਰਹਿਣ ਬਸੇਰਾ, ਲੱਕੜ ਕੀਮਤੀ ਇਹਨਾਂ ਤੋਂ ਪਾਈਏ। ਪੰਛੀ ਜਿਹੜੇ ਆ ਉਹ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਆਲ੍ਹਣੇ ਬਣਾਉਂਦੇ ਆ। ਪੰਛੀਆਂ ਦਾ ਜਿਹੜਾ ਇਹ ਆ ਇੱਕ ਹਿਸਾਬ ਦਾ ਇਹ ਘਰ ਹੁੰਦਾ ਵਾ। ਪੰਛੀ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਆਲ੍ਹਣੇ ਬਣਾਉਂਦੇ ਆ। ਤੁਸੀਂ ਦੇਖੇ ਹੋਣੇ ਬੱਚਿਓ, ਪੰਛੀਆਂ ਨੇ ਆਲ੍ਹਣੇ ਬਣਾ ਕੇ ਇਹਨਾਂ ਦੇ ਵਿੱਚ ਆਂਡੇ ਦਿੰਦੇ ਨੇ, ਫਿਰ ਉਹ ਤੋਂ ਬੱਚੇ ਪੈਦਾ ਹੁੰਦੇ ਨੇ। ਸਾਡੀ ਪ੍ਰਕਿਰਤੀ ਜਿਹੜੀ ਸਾਡੀ ਕੁਦਰਤ ਆ, ਉਹਦੇ ਵਿੱਚ ਪੰਛੀਆਂ ਦਾ ਵੀ ਅਹਿਮ ਰੋਲ ਆ। ਇਹਨਾਂ ਤੋਂ ਸਾਨੂੰ ਕੀਮਤੀ ਲੱਕੜੀ ਵੀ ਜਿਹੜੀ ਮਿਲਦੀ ਆ, ਤੁਸੀਂ ਜਾਣਦੇ ਜੇ ਸਾਡੇ ਘਰਾਂ ਦਾ ਫਰਨੀਚਰ ਆ, ਦਰਵਾਜ਼ੇ ਆ, ਸਾਰਾ ਜਿਹੜਾ ਉਹ ਲੱਕੜ ਤੋਂ ਬਣਦਾ। ਆਓ ਰਲ ਮਿਲ ਰੁੱਖ ਲਗਾਈਏ, ਪ੍ਰਦੂਸ਼ਣ ਨੂੰ ਦੂਰ ਭਜਾਈਏ, ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ। ਕਵੀ ਆਪਣੇ ਸੰਦੇਸ਼ ਨੂੰ ਅਖੀਰ ਦੇ ਵਿੱਚ ਫਿਰ ਤੋਂ ਦੁਹਰਾ ਰਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ, ਜਿਸ ਨਾਲ ਕਿ ਸਾਡੇ ਜਿਹੜੀ ਧਰਤੀ ਆ ਉਸ ਦਾ ਪ੍ਰਦੂਸ਼ਣ, ਗੰਦੀ ਹਵਾ ਜਿਹੜੀ ਉਹ ਘਟ ਜੂਗੀ, ਤੇ ਆਕਸੀਜਨ ਜਿਹੜੀ ਸਾਨੂੰ ਵੱਧ ਤੋਂ ਵੱਧ ਮਿਲ ਜੂਗੀ। ਤੇ ਇਸ ਕਰਕੇ ਵੱਧ ਤੋਂ ਵੱਧ ਜਿਹੜੇ ਰੁੱਖ ਹਰ ਥਾਂ ਤੇ ਲਾ ਕੇ ਆਪਣਾ ਜੋ ਸੋਹਣਾ ਪੰਜਾਬ ਆ ਉਹਨੂੰ ਹਰਾ ਭਰਾ ਬਣਾਉਣਾ ਚਾਹੀਦਾ। ਇਹ ਸਾਰੀ ਕਵਿਤਾ ਦੇ ਜਿਹੜੇ ਆਪਾਂ ਸ਼ਬਦ ਅਰਥ ਪੜ੍ਹੇ ਆ, ਤੁਸੀਂ ਬੱਚਿਓ ਇਹਨੂੰ ਵੀਡੀਓ ਨੂੰ ਦੁਹਰਾ ਕੇ ਸੁਣੋਗੇ ਤੇ ਆਪਾਂ ਨੂੰ ਚੰਗੀ ਤਰ੍ਹਾਂ ਜਿਹੜੇ ਉਹਦੇ ਭਾਵ ਅਰਥ ਨੇ, ਜੋ ਕਵੀ ਸਾਨੂੰ ਆਪਣੀ ਕਵਿਤਾ ਦੇ ਰਾਹੀਂ ਸੰਦੇਸ਼ ਦੇਣਾ ਚਾਹ ਰਿਹਾ ਵਾ, ਉਹ ਸਾਨੂੰ ਜਿਹੜੇ ਆ ਉਹ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਸਮਝ ਲੱਗ ਜਾਣਗੇ।